अस्सलाम वालेकुम नाजरीन, मैं वहाँ तुहाडा होस्ट इनाम गुराया। नाजरीन, अज मेरे नाल कोलो तारड़ दी एक खूबसूरत शख्सियत गखड़ बरादरी दे सपूत जनाब चाचू मास्टर मुहम्मद असलम साहब मौजूद ने। अज इन्हां नाल इन्हां दी ज़िंदगी दे बारे च गुफ्तगू करने आ। ये कोलो तारड़ तो इस्लामाबाद आए, इस्लामाबाद दे विच इज़्ज़त कमाई, वक्त गुजरिया ते इन्हां 2015 ਦਾ ਇਲੈਕਸ਼ਨ ਜਿਹੜਾ ਹੈ ਬਲਦਿਆਤੀ ਉਹਦੇ ਵਿੱਚ ਹਿੱਸਾ ਲਿਆ। ਕਾਮਯਾਬ ਤੇ ਨਾ ਹੋ ਸਕੇ ਲੇਕਿਨ ਅਹਿਲੇ ਇਲਾਕਾ ਨੂੰ ਇੱਕ ਇਨਾ ਬੜਾ ਸਰਪ੍ਰਾਈਜ਼ ਦਿੱਤਾ। ਮੇਰੇ ਨਾਲ ਮੌਜੂਦ ਨੇ ਮਾਸਟਰ ਮੁਹੰਮਦ ਅਸਲਮ ਸਾਹਿਬ। ਆਓ ਇਹਨਾਂ ਨਾਲ ਗੱਲਬਾਤ ਕਰਨੇ ਆ। अस्सलाम वालेकुम। वालेकुम सलाम। ਚਾਚੂ ਕੀ ਹਾਲ ਜੇ? ਠੀਕ ਠਾਕ ਹੋ? अल्हम्दुलिल्लाह, अल्लाह का एहसान। ਚਾਚੂ ਤੁਸੀਂ ਕੋਲੋ ਤਾਰੜ ਤੋਂ ਪੜ੍ਹਾਈ ਮੁਕੰਮਲ ਕਰਕੇ ਇਸਲਾਮਾਬਾਦ ਸ਼ਿਫਟ ਹੋਏ ਹੋ। ਕੀ ਵਜ੍ਹਾ ਬਣੀ ਤੁਸੀਂ ਕੋਲੋ ਤਾਰੜ ਨੂੰ ਛੱਡ ਕੇ ਇਸਲਾਮਾਬਾਦ ਆਏ? ਮੇਰੀ ਪੈਦਾਇਸ਼ ਸੰਨ 47 ਵਿੱਚ ਕੋਲੋ ਤਾਰੜ ਵਿੱਚ ਹੋਈ ਹੈ। ਕੋਲੋ ਤਾਰੜ ਵਿੱਚ ਮੈਂ ਪ੍ਰਾਇਮਰੀ ਪੜ੍ਹਿਆ, ਬੁਨਿਆਦੀ ਤਾਲੀਮ ਉੱਥੋਂ ਹਾਸਲ ਕੀਤੀ ਹੈ, ਮਿਡਲ ਤੱਕ। ਮਿਡਲ ਤੋਂ ਬਾਅਦ ਫਿਰ ਗੌਰਮੈਂਟ ਹਾਈ ਸਕੂਲ ਸੂਈਆਂ ਵਾਲਾ, ਕਿਉਂਕਿ ਵਸਾਇਲ ਇਤਨੇ ਨਹੀਂ ਸਨ ਕਿ ਮੈਂ ਹਾਫਜ਼ਾਬਾਦ ਬੋਰਡਿੰਗ ਵਿੱਚ ਰਹਿ ਕੇ ਪੜ੍ਹ ਸਕਾਂ। ਅਤੇ ਫਿਰ ਉੱਥੇ ਸਾਡੇ ਰਾਮਕੇ ਚੱਠਾ ਦੇ ਨਾਲ ਪਿੰਡ ਕੋਟ ਬਖਤਾਵਰ, ਉੱਥੇ ਸਾਡੇ ਰਿਲੇਟਿਵ ਸਨ, ਅਜ਼ੀਜ਼ ਰਿਸ਼ਤੇਦਾਰ ਸਨ। ਉੱਥੋਂ ਰੋਜ਼ਾਨਾ ਮੈਂ ਸੁਬਹ ਪੈਦਲ ਜਾਂਦਾ ਸੀ। ਕੋਟ ਬਖਤਾਵਰ ਤੋਂ ਸੂਈਆਂ ਵਾਲਾ ਤਕਰੀਬਨ ਉਹ 7 ਕਿਲੋਮੀਟਰ ਦਾ ਫਾਸਲਾ ਬਣਦਾ। ਇਹ ਕਿਹੜੇ ਸਾਲ ਦੀ ਗੱਲ ਹੈ? ਤਕਰੀਬਨ ਕੋਈ 1960 ਦੇ ਲਗਭਗ ਹੋਏਗਾ। 60 ਤੋਂ ਬਾਅਦ 63 ਵਿੱਚ ਮੈਂ ਉੱਥੇ ਦਾਖਲਾ ਲਿਆ। 64 ਤੇ 65 ਵਿੱਚ ਮੈਟ੍ਰਿਕ ਕੀਤਾ। ਠੀਕ। ਹਾਂਜੀ। ਅਤੇ ਉਸ ਤੋਂ ਬਾਅਦ ਫਿਰ ਮੈਟ੍ਰਿਕ ਤੋਂ ਬਾਅਦ ਫਿਰ ਮੈਂ ਕੋਲੋ ਤਾਰੜ ਆਇਆ ਵਾਪਸ। ਇੱਥੇ ਆ ਕੇ ਤੇ ਕੋਸ਼ਿਸ਼ ਕੀਤੀ ਹੈ ਕਿ ਕੋਈ ਰੁਜ਼ਗਾਰ ਮਿਲ ਜਾਏ। ਫਿਰ ਮੈਂ ਇੱਕ ਦੁਕਾਨ ਬਣਾਈ ਕੋਲੋ ਸ਼ੇਖਾਂ ਵਾਲੀ ਮਸਜਿਦ ਦੇ ਸਾਹਮਣੇ। ਸਾਡੇ ਗਖੜ ਬਰਾਦਰੀ ਦੀਆਂ ਦੁਕਾਨਾਂ ਨੇ 3। ਉੱਥੇ ਮੈਂ ਕਾਰੋਬਾਰ ਸ਼ੁਰੂ ਕੀਤਾ। ਬੜਾ ਰਿਸਪਾਂਸ ਮਿਲਿਆ। ਉਸ ਵਕਤ ਅੱਡੇ 'ਤੇ ਇੱਕ ਬੜੇ ਅਰੂਜ 'ਤੇ ਅਤੇ ਉਹ ਬੜਾ ਰਿਸਪਾਂਸ ਮਿਲਿਆ ਉੱਥੇ। ਅਤੇ ਉਹਦੀ ਫਿਰ ਉਹ ਫਲਾਪ ਹੋ ਗਿਆ। ਉਹਦੀ ਵਜ੍ਹਾ ਇਹ ਬਣੀ ਕਿ ਮੈਂ ਕੋਈ ਥੋੜ੍ਹਾ ਜ਼ਿਹਨ ਦੇ ਵਿੱਚ ਜਿਹੜਾ ਨਾ ਅਜੀਬ ਦੀ ਕੈਫੀਅਤ ਸੀ ਵੀ ਇੱਥੇ ਸਾਡਾ ਇਹ ਜਿਹੜਾ ਨਾ ਮਾਹੌਲ ਸਾਡੇ ਪਿੰਡ ਦਾ, ਸਾਡੇ ਇਰਦ ਗਿਰਦ ਦਾ, ਇੱਥੇ ਜਾਗੀਰਦਾਰੀ ਦਾ ਬੜਾ ਅਰੂਜ ਸੀ ਔਰ ਬੜਾ ਹੋਰਡ ਸੀ। ਅਤੇ ਉਹ ਉਸ ਵਕਤ ਮੁਸਾਵਾਤ ਔਰ ਆਜ਼ਾਦ ਅਖਬਾਰ ਆਉਂਦੇ ਸਨ। ਪੀਪਲ ਪਾਰਟੀ ਦੀ ਉਸ ਵਕਤ ਬੁਨਿਆਦੀ ਸਟੇਜ ਸੀ। ਅਤੇ ਮੈਂ ਇੱਕ ਸਾਹਮਣੇ ਉਹਨਾਂ ਦੁਕਾਨਾਂ ਦੇ ਸਾਹਮਣੇ ਇੱਕ ਕੱਚੀ ਦੀਵਾਰ ਸੀ ਤਰਖਾਣਾ ਦੀ, ਉੱਥੇ ਬਲਬ ਲਾਇਆ। ਹੁਣ ਉੱਥੇ ਮਾਰਕੀਟ ਦੁਕਾਨਾਂ ਬਣੀਆਂ ਨੇ। ਬਲਬ ਲਾਇਆ ਅਤੇ ਮੈਂ ਉਹਨਾਂ ਰਾਤੀ ਮਜਮਾ ਲਾ ਕੇ ਲੋਕਾਂ ਨੂੰ ਉਹ ਮੁਸਾਵਾਤ ਅਖਬਾਰ ਭੁੱਟੋ ਸਾਹਿਬ ਦੇ ਬਿਆਨ ਪੜ੍ਹ ਕੇ ਸੁਣਾਉਂਦਾ ਸੀ। ਅਤੇ ਤੁਸੀਂ ਲੋਕਾਂ ਨੂੰ ਮੋਟੀਵੇਟ ਕਰ ਰਹੇ ਸੀ। ਇਨਕਲਾਬੀ ਜਿਹਾ ਜ਼ਿਹਨ ਸੀ। ਮਤਲਬ ਲੋਕਾਂ ਨੂੰ ਜਿਹੜਾ ਨਾ ਇਸ ਪਾਸੇ ਵੀ ਇਹ ਜਿਹੜਾ ਮਤਲਬ ਲੋਕਾਂ ਨੂੰ ਉਹਨਾਂ ਦੇ ਹਕੂਕ ਦੱਸਣਾ ਵੀ ਤੁਸੀਂ ਆਪਣਾ ਸਟੈਂਡ ਲੈ ਕੇ ਕਿਹੜੇ ਕਿਹੜੇ ਕੰਮ ਕਰ ਸਕਦੇ ਹੋ ਜਾਂ ਕਰਵਾ ਸਕਦੇ ਹੋ। ਜੀ ਬੁਨਿਆਦ ਅਕਸਰ ਪਿੰਡਾਂ ਦੇ ਵਿੱਚ ਇਸੇ ਤਰ੍ਹਾਂ ਹੁੰਦਾ ਹੈ ਵੀ ਮਾੜਾ ਬੰਦਾ ਜਿਹੜਾ ਉਹ ਤਗੜੇ ਬੰਦੇ ਦਾ ਮੁਲਾਜ਼ਮ ਬਣ ਕੇ ਸਾਰੀ ਉਮਰ ਜ਼ਿੰਦਗੀ ਗੁਜ਼ਾਰ ਦਿੰਦਾ ਹੈ। ਜੀ ਮੈਂ ਬਸ ਜਿਸ ਵਕਤ ਮੈਨੂੰ ਥੋੜ੍ਹਾ ਜਿਹਾ ਸ਼ਊਰ ਆਇਆ ਅਤੇ ਮੇਰਾ ਜ਼ਿਹਨ ਜਿਹੜਾ ਨਾ ਇਸ ਪਾਸੇ ਮੋਲਡ ਹੋ ਗਿਆ। ਮੈਂ ਫਿਰ ਜਿਹੜਾ ਨਾ ਉਹ ਕਾਫੀ ਤਗੋ ਦੋ ਕੀਤੀ ਹੈ, ਜਿਸ ਵਿੱਚ ਡੇਰੇ ਵਿੱਚ ਖਬਰਾਂ ਗਈਆਂ ਨੇ ਕਿ ਇਹ ਜੀ ਫਲਾਣਾ ਬੰਦਾ ਹੈ ਅਤੇ ਉੱਥੇ ਇਹ ਨਹੀਂ ਕਰ ਰਿਹਾ। ਜ਼ਾਹਿਰ ਉੱਥੋਂ ਗੱਡੀਆਂ ਗੁਜ਼ਰਦੀਆਂ ਸਨ ਰੋਡ ਤੋਂ, ਉਹਨਾਂ ਨੂੰ ਵੀ ਪਤਾ ਸੀ। ਉਹ ਫਿਰ ਉਹਨਾਂ ਨੇ ਜਿਹੜਾ ਨਾ ਹਾਂਜੀ ਅੱਛਾ ਇਹ ਤੁਸੀਂ ਉੱਥੇ ਦੁਕਾਨ ਬਣਾਈ, ਤੁਹਾਡਾ ਕਾਰੋਬਾਰ ਫਲਾਪ ਹੋਇਆ। ਕੀ ਸਮਝਦੇ ਹੋ ਪਿੰਡ ਦੇ ਵਿੱਚ ਕੰਮ ਕਰਨਾ ਆਸਾਨ ਹੈ ਜਾਂ ਉਹਦੀ ਨਿਸਬਤ ਬੰਦੇ ਨੂੰ ਕਿਸੇ ਵੱਡੇ ਸ਼ਹਿਰ ਦੇ ਵਿੱਚ ਆ ਜਾਣਾ ਚਾਹੀਦਾ? ਨਹੀਂ, ਮੇਰੀ ਜ਼ਾਤੀ ਰਾਏ ਤਾਂ ਇਹ ਹੈ ਕਿ ਜਿਸ ਵਕਤ ਵੀ ਮੌਕਾ ਮਿਲੇ ਇਨਸਾਨ ਨੂੰ ਜਿਹੜਾ ਹੈ ਨਾ ਉਹ ਬਾਹਰ ਸ਼ਹਿਰਾਂ ਦੇ ਵਿੱਚ, ਸਾਡਾ ਜਿਹੜਾ ਕੋਲੋਂ ਦਾ ਖਾਸ ਤੌਰ 'ਤੇ ਮਾਹੌਲ ਸੀ ਨਾ ਜੀ ਪਿੰਡ ਦਾ, ਉੱਥੇ ਤਾਂ ਜਾਗੀਰਦਾਰੀ ਦਾ ਇੰਨਾ ਹੋੜ ਸੀ। ਉੱਥੇ ਤਾਂ ਉਹ ਮਤਲਬ ਕਿਸੇ ਬੰਦੇ ਨੂੰ ਇਸ ਤਰ੍ਹਾਂ ਨੁਮਾਇਆ ਦੇਖ ਹੀ ਨਹੀਂ ਸਨ ਸਕਦੇ। ਬਿਲਕੁਲ। ਅਤੇ ਇਸ ਵਾਸਤੇ ਉੱਥੇ ਜਿਹੜਾ ਹੈ ਨਾ ਉਹ ਬੜਾ ਮੁਸ਼ਕਿਲ ਸੀ। ਅਤੇ ਨਮਾਜ਼ੀ ਵੀ ਸੀ ਅਲਹਮਦੁਲਿਲਾ।
ਤੇ ਮੈਂ ਮੀਆਂ ਸੈਫੁੱਲਾ ਸਾਹਿਬ ਮਰਹੂਮ ਅੱਲਾਹ ਤਾਲਾ ਉਹਨਾਂ ਦਾ ਅਗਲਾ ਜਾਨ ਅੱਛਾ ਕਰੇ, ਉਹਨਾਂ ਦੇ ਡੇਰੇ ਵਿੱਚ ਗਿਆ ਤੇ ਉੱਥੇ ਅਜੀਬ ਮੈਂ ਮਾਹੌਲ ਦੇਖਿਆ ਕਿ ਇੱਕ 3 ਸਟੇਜਾਂ ਸਨ, ਇੱਕ ਜ਼ਮੀਨ ਤੇ ਲੋਕ ਬੈਠੇ ਸਨ, ਹੁੱਕਾ ਪੀ ਰਹੇ ਸਨ, ਇੱਕ ਬੈਂਚਾਂ ਤੇ ਸੀ ਗਰੁੱਪ, ਅੱਗੇ ਕੁਰਸੀਆਂ ਸਨ ਮਖਸੂਸ। ਇਹ ਤੁਹਾਡਾ ਪਹਿਲਾ ਲਮਹਾ, ਮਤਲਬ ਪਹਿਲੀ ਦਫਾ ਕਿਸੇ ਡੇਰੇ ਦੇ ਵਿੱਚ ਤੁਸੀਂ ਗਏ ਸੀ? ਜੀ ਨਹੀਂ, ਮੈਂ ਇਸ ਤੋਂ ਪਹਿਲੇ ਮਤਲਬ ਕਿ ਐਵੇਂ ਗੁਜ਼ਰਤੇ ਹੋਇਆ ਡੇਰੇ ਵੇਖੇ ਨੇ, ਲੇਕਿਨ ਗੌਰ ਨਹੀਂ ਕੀਤਾ। ਹਾਂ, ਇਹ ਚੂँਕਿ ਮੇਰੇ ਨਾਲ ਉਹ ਇੱਕ ਵਾਕਿਆ ਹੋਇਆ تو میں پھر جڑا انہوں بغور جس میں گیا جا کے جائزہ لیا تو میں وہ میرے ذہن دے وچ اج بھی وہ گل بیٹھی ہے تو میں جا کے نہ وہ کرسیاں جتھے سن نا اتھے جا کے نہ میں وہ بہ گیا بلکہ جتھے میاں صاحب نے بہنا سی اندر نال جڑی کرسی اتھے آ کے بہ گیا. تھوڑی دیر بعد میاں صاحب ان ہوئے سارا ڈیرا جڑا وہ سٹینڈ بائی ہو گیا کھڑے ہو گیا. میں نہیں کھڑا ہویا میں بیٹھا رہا. اوندا فائدہ میں نہیں ہویا کہ میاں صاحب نے بڑے غور نال میں ویکھیا یا یوں ہی ہوا کہ بیٹھے سارے بہ گئے. میں نہ لینا ہاں جی حافظ جی کتوں آئے ہو؟ داڑھی ویکھ کے انہاں سمجھ لیا حافظ صاحب آ گئے. نہیں جان دے سن. اچھا ظاہر ہے میں رومال شمال بنیا سی داڑھی ویکھتے. میں کہ حافظ جی کتوں آئے ہو؟ میں کہ جی میں حافظ نہیں محمد اسلم میرے نام ہے گکھڑ ہاں عمر یاد گکھڑ دا پتر ہاں. ہاں کدے آیا؟ میں کہ جی اس طرح چوری ہوئی ہے تو وہ اس سلسلے چل رہا ہے. تو چوری کس کیتی ہے؟ میں کہ انہیں میں تے نہیں پتا ویسے میرا گمان ہے کہ شواہد ملے نے تالاب وچوں. میں کہ گلا ملیا منڈے نہاندے سن پہ دوسرے تیسرے دن. میں کہ جی کوئی نیاشیاں لے دیو. انہاں آخیا ٹھیک ہے ہن تو میں اج لاہور جانا ہے 2-3 دن بعد آواں گا میں آویں. میں وہ ٹھیک ہے جی 2-3 دن بعد میں پتہ کرتا رہا پوچھتا رہا میاں صاحب آئے نے کہ میاں صاحب آئے. وہ دوسری باری جس میں ڈیرے گیا تو وہ بس اسی طرح بیٹھے ہیں. میاں صاحب اندروں آئے نے ڈیرا سارا کھڑا ہو گیا. تو وہ جڑا بس ہاں جی میں جلدی ہے مینوں لاہوروں کال آ گئی میں لاہور جا رہا. تو وہ گڈی اگے سٹارٹ سی گیٹ دے سامنے تو وہ حاجی بشیر صاحب ڈرائیور سن. انہاں گڈی سٹارٹ کیتی وچ بہ گئے. تو جڑے بندے پنڈاں دے سن وہ آ کے اتھے تے بس وہ نال گڈی دے اس شیشے اگے وہ گل بات کرنا چاہ رہے سی یا کوئی اپنے مسائل دسنا چاہ رہے سی. وہ بس وہ گڈی ہولی ہولی انہاں چونکہ پتہ سی کس طرح ڈیل کرنی ہے. وہ گڈی توڑ کچے ڈیرے دے موڑ تک جڑا ہے نا وہ لوگ جڑے نا پنڈاں دے نال نئے عزم نال. کیڑے سال اسلام آباد آئے ہو تے ایتھے آ کے کی کام شروع کیتا سا جی؟ اسلام آباد میں 78 ایتھے آیا. ایک شادی دے سلسلے آیا سی میرے کزن دی شادی سی تے پہلی دفعہ میں اسلام آباد آیا سی. تے وہ رہائش سی انہاں دی پنڈی کمرشل مارکیٹ 514D. اتھوں انہاں میری ڈیوٹی لائی کمرشل مارکیٹ نال اتھوں جڑا مرغی لایا وہ ڈرائیور دیتا گڈی دیتی میں گیا اتھے. اگے وہ میرے پنڈ دے بندے سن حافظ عبداللہ صاحب دے صاحبزادے. حافظ عبداللہ صاحب بھی پیچھے فوت ہو گئے ماشاء 100 سال دی عمر دے اللہ تعالیٰ انہوں نے مغفرت کرے. وہ انہوں نے ڈاکٹر ریاض صاحب ایک بیٹے سن تے پا منور سن وہ ملے. تے وہ میں ویکھیا انہوں دا سلسلہ تے مینوں بڑا دل دے وچ ایک رشک جہا پیدا ہویا. میں انہوں نے آخیا میں آخیا ٹھیک ہے جی ہن تو میں جلدی ہی چاہاں میں فارغ ہو کے نہ ادوں شادی تو پھر میں حاضر ہوواں گا. پھر میں اتوں جو ہی مینوں کو وقفہ ملیا نا تو میں آ کے پھر انہوں نے کاروبار سارا ویکھیا. تو میرا میں آخیا جی مینوں بھی اتنے لیاؤ کسی طریقے نال. انہوں نے آخیا سانوں تو اتنے بندے فری ملتے ہیں پنڈوں آ جاندے نظا روٹی کھاندے نے تے اس ٹائم ماڑے دور سی روٹی کھانی بھی مشکل سی. تو میں آخیا کہ تسی جڑا ہے نا وہ جس طرح بھی ہے کوئی صورت بناؤ. انہوں نے آخیا ٹھیک ہے جی. میں ڈاکٹر ریاض صاحب نے آخیا کہ میں خط لکھاں گا. انہوں نے پھر 2 مہینے بعد مینوں خط لکھیا کہ آ جاؤ جی ہن ساڈے کول ویکینسی خالی ہے. تو میں اتھے آ گیا. سموسیاں دا کام جڑا نا میں کرن لگ پیا ٹریننگ لئی. وہ میں خوش بڑا میں مطمئن. کنی دیر انہاں کول کام کردے رہے ہو؟ انہاں کول تقریباً 6 مہینے میں کمرشل مارکیٹ رہا. تو پھر میں چھوٹے بھائی بھی لے آندا. تو پھر انہوں میں آخیا جڑے سن چھوٹے بھائی منور تو چھوٹے بھائی نذیر احمد فوت ہو گئے.
ਉਹਨਾਂ ਨੂੰ ਮੈਂ ਆਖਿਆ ਕਿ ਹੁਣ ਸਾਨੂੰ ਤਾਂ ਪਿਛਲੇ ਚਿੱਬ ਛਿੱਬ ਬੜੇ ਪਏ ਨੇ ਪਿੰਡ ਦੇ, ਤੇ ਤੁਸੀਂ ਮਿਹਰਬਾਨੀ ਕਰੋ ਕਿ ਸਾਨੂੰ ਕੋਈ ਜਗ੍ਹਾ ਐਸੀ ਦਿਓ ਜਿੱਥੇ ਅਸੀਂ ਜਿਹੜਾ ਨਾ ਸਾਨੂੰ ਤਨਖਾਹ ਥੋੜ੍ਹੀ ਜ਼ਿਆਦਾ, ਇੱਥੇ ਤਾਂ ਤੁਹਾਨੂੰ ਬੰਦੇ ਮਿਲ ਰਹੇ ਨੇ। ਉਹਨਾਂ ਫਿਰ ਇਸਲਾਮਾਬਾਦ ਪਾਰਾ ਮਾਰਕੀਟ ਵਿੱਚ ਇੱਕ ਦੁਕਾਨ ਸੀ, ਲਾਹੌਰ ਦੇ ਸਨ ਬਜ਼ੁਰਗ, ਉਹਨਾਂ ਕੋਲ ਫਿਰ ਉੱਥੇ ਜਿਹੜਾ ਨਾ ਸਭ ਤੋਂ ਪਹਿਲੀ ਜਿਹੜੀ ਤੁਸੀਂ ਕਿਸੇ ਵੀ ਦੁਕਾਨ ਤੇ ਮਜ਼ਦੂਰੀ ਜਾਂ ਦਿਹਾੜੀ ਕੀਤੀ ਹੈ ਜੀ, ਡੇਲੀ ਦੀ ਤਨਖਾਹ ਦਿਹਾੜੀ ਜਾਂ ਮਹੀਨੇ ਦੀ ਤਨਖਾਹ ਪਹਿਲੀ ਦਫਾ ਕਿੰਨੀ ਲਈ ਸਾਡੇ? ਪਹਿਲੀ ਦਫਾ ਮੇਰੀ ਤਨਖਾਹ ਇੱਥੇ ਜਿਹੜੀ ਸੀ ਨਾ ਉਹ 100 ਰੁਪਈਆ ਉਹਨਾਂ ਮੈਨੂੰ ਦਿੱਤਾ ਸੀ ਪੂਰੇ ਮਹੀਨੇ ਦਾ? ਪੂਰੇ ਮਹੀਨੇ ਦਾ। ਤੇ ਮੈਂ ਬੜਾ ਖੁਸ਼ ਸੀ। ਮੈਂ ਘਰ ਗਿਆ 2 ਮਹੀਨੇ ਬਾਅਦ 200 ਰੁਪਈਆ ਮੈਂ ਲਿਆ 2 ਮਹੀਨਿਆਂ ਦਾ, ਤੇ ਉਹਦੇ 'ਚੋਂ ਮੈਂ ਘਰ ਵੀ ਦਿੱਤੇ ਨੇ ਪੈਸੇ, ਤੇ 50 ਰੁਪਈਆ ਕਿਰਾਇਆ ਆਉਣ ਜਾਣ ਦਾ ਸੀ ਪਿੰਡੀ ਦਾ, ਉਹ 50 ਰੁਪਈਆ ਕਿਰਾਇਆ ਰੱਖ ਲਿਆ ਉਸ ਵਕਤ। ਪੰਜੀ ਜਾਣ ਦਾ ਪੰਜੀ ਆਉਣ ਦਾ? ਉਸ ਟਾਈਮ ਕੋਲੋਂ ਤੋੜ ਗੱਡੀ ਤੇ ਨਹੀਂ ਸੀ ਜਾਂਦੀ? ਨਹੀਂ। ਕਿਸ ਤਰ੍ਹਾਂ ਕਰਕੇ ਜਾਂਦੇ ਆਬਾਦ ਤੋਂ ਟ੍ਰੇਨ ਤੇ ਬਹਿ ਕੇ? ਉਹ ਟ੍ਰੇਨ ਦਾ ਸਫ਼ਰ ਮਾਸ਼ਾਅੱਲਾ ਬੜਾ ਅੱਛਾ ਹੁੰਦਾ ਸੀ, ਉਹ ਤਾਂ ਨਾਯਾਬ ਹੀ ਹੋ ਗਿਆ। 200 ਰੁਪਏ ਲੈ ਕੇ ਤੁਸੀਂ ਕੋਲੋਂ ਗਏ? ਤੇ ਮੈਂ ਘਰ ਵਾਲਿਆਂ ਮੈਨੂੰ ਆਖਿਆ ਜੀ ਇਹ ਤੁਸੀਂ 2 ਮਹੀਨੇ ਬਾਅਦ ਆਏ ਤੇ ਤੂੰ ਆ ਸਾਨੂੰ 50। ਮੈਂ ਆਖਿਆ ਇੱਥੇ 2 ਰੁਪਏ ਉਸ ਵਕਤ ਮਜ਼ਦੂਰੀ ਸੀ, ਮਜ਼ਦੂਰ ਦੀ ਦਿਹਾੜੀ, ਤੇ ਮੈਂ ਆਖਿਆ 2 ਰੁਪਏ ਦਿਹਾੜੀ ਹੋਵੇ ਨਾ ਤੇ ਉਹ 60 ਰੁਪਈਆ ਬਣਦਾ ਮਹੀਨੇ ਦਾ, ਉਹ ਵੀ ਦਿਹਾੜੀ ਮਿਸ ਨਾ ਹੋਵੇ, ਲਗਾਤਾਰ ਮਿਲਦੀ ਰਹੇ, ਤੇ ਮਿਸ ਹੋ ਜਾਂਦੀ ਹੈ ਦਿਹਾੜੀ ਮਿਲਦੀ ਤੇ ਨਹੀਂ ਨਾ, ਇਸ ਤਰ੍ਹਾਂ ਹੋ ਜਾਂਦਾ। ਤੇ ਮੈਂ ਆਖਿਆ ਕਿ ਇਹ ਜਿਹੜਾ ਨਾ ਬਹੁਤ ਪੈਸੇ ਨੇ। ਤੇ ਅਲਹਮਦੁਲਿਲਾ ਉਸ ਤੋਂ ਬਾਅਦ ਜਿਹੜਾ ਨਾ ਮੈਂ ਉੱਥੇ ਫਿਰ ਅਸੀਂ ਜਿਹੜਾ ਨਾ ਇਸਲਾਮਾਬਾਦ ਉਹ ਦੋਨੋਂ ਭਾਈ, ਮੈਂ ਐਜ਼ ਏ ਛੋਟੇ ਭਾਈ ਜਿਹੜੇ ਨੇ ਉਹ ਐਜ਼ ਏ ਕਾਰੀਗਰ ਮੇਰੇ ਤੋਂ ਬਾਅਦ ਆਏ ਨੇ, ਤੇ ਮੈਂ ਜਿਹੜਾ ਨਾ ਉਹ ਸੇਲਮੈਨ ਦੀ ਹਸੀਅਤ ਨਾਲ ਉੱਥੇ ਆਪਣਾ ਬਿਜ਼ਨਸ ਸ਼ੁਰੂ ਕੀਤਾ? ਨਾ ਉਸੇ ਦੁਕਾਨ ਤੇ ਕਰਦੇ ਅਸੀਂ। ਤੇ ਨਾਲ ਹੀ ਉਹ ਮੈਂ ਅਖਬਾਰ ਆਉਂਦਾ ਸੀ, ਉਹ ਪੜ੍ਹਦਾ ਸੀ, ਵੇਖਿਆ ਤਾਂ ਵੈਕੈਂਸੀਆਂ ਆਈਆਂ PTC ਦੀਆਂ। PTC ਮੈਂ ਉੱਥੇ ਪਿੰਡ ਹੀ 72-73 ਵਿੱਚ ਕੀਤਾ ਹੋਇਆ ਸੀ। ਠੀਕ ਹੈ। ਤੇ ਉਹ ਵੈਕੈਂਸੀਆਂ ਆਈਆਂ, ਮੈਂ ਗਿਆ ਦਫ਼ਤਰ, ਉਹਨਾਂ ਆਖਿਆ ਜੀ ਇੱਥੋਂ ਦਾ ਸ਼ਨਾਖਤੀ ਕਾਰਡ ਡੋਮੀਸਾਈਲ ਹੋਇਆ ਤੇ ਫਿਰ ਤੁਸੀਂ ਅਪਲਾਈ ਕਰ ਸਕਦੇ ਹੋ। ਮੈਂ ਫਿਰ ਉਹ ਪਹਿਲੇ ਇੱਥੇ ਦਾ ਆਪਣਾ ਸ਼ਨਾਖਤੀ ਕਾਰਡ ਬਣਵਾਇਆ, ਡੋਮੀਸਾਈਲ ਬਣਵਾਇਆ ਐਮਰਜੈਂਸੀ ਵਿੱਚ, ਉਹ ਬਣਵਾ ਕੇ ਤੇ ਫਿਰ ਮੈਂ ਅਪਲਾਈ ਕਰ ਦਿੱਤਾ। ਉਹ ਅੱਲਾ ਕੀਤਾ ਮੈਨੂੰ ਜਿਹੜਾ ਨਾ 79 ਵਿੱਚ, ਮਤਲਬ 65 ਵਿੱਚ ਮੈਂ ਮੈਟ੍ਰਿਕ ਕੀਤਾ ਤੇ 79 ਵਿੱਚ, ਠੀਕ ਹੈ, 79 ਵਿੱਚ ਇੱਥੇ ਇਸਲਾਮਾਬਾਦ ਜੌਬ ਮਿਲੀ ਹੈ, ਪਿੰਡੀ ਆ ਕੇ ਜੌਬ, ਤਕਰੀਬਨ 15 ਸਾਲ ਬਾਅਦ। ਉਨੀ ਦੇਰ ਤੁਸੀਂ ਮੈਂ ਆਪਣੀ ਮਿਹਨਤ ਕਰਦੇ ਰਹੇ ਹੋ? ਕੋਲੋਂ ਦੇ ਵਿੱਚ ਕੋਈ ਕੰਮ ਨਹੀਂ ਜਿਹੜਾ ਮੈਂ ਨਾ ਕੀਤਾ ਹੋਵੇ, ਮਤਲਬ ਹੈ ਕਿ ਮੈਂ ਦਿਹਾੜੀ ਕੀਤੀ ਹੈ, ਲਾਈਆਂ ਕੀਤੀਆਂ ਨੇ, ਕਣਕਾਂ ਵੱਢੀਆਂ ਨੇ, ਮੁੰਜੀ ਲਾਈ ਹੈ, ਸਾਰੇ ਕੰਮ ਕੀਤੇ ਨੇ, ਹਰ ਕੰਮ ਕੀਤਾ ਔਰ ਇੱਜ਼ਤ ਨਾਲ ਵਕਤ ਗੁਜ਼ਾਰਿਆ। ਕਿਸੇ ਕੋਲੋਂ ਮੰਗਿਆ ਨਹੀਂ, ਕਿਸੇ ਮਤਲਬ ਹੈ ਕਿਸੇ ਦੀ ਖੁਸ਼ਾਮਦ ਨਹੀਂ ਕੀਤੀ, ਮਤਲਬ ਆਪਣੀ ਖੁਦਦਾਰੀ ਕਾਇਮ ਰੱਖੀ ਅਲਹਮਦੁਲਿਲਾ।